लगता भी अकाल तख्त साहब ते हुण भी तां सिख ही बैठे ने, हुण भी तां उही उत्थों कानून घड़ते ने, उही हुक्मनामे जारी करते ने। लगदा भी कौम आ जिहड़ी उन्हां नूं फॉलो कर रही है। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। कई लोग धामी साहब के हक च भी खड़े ने, कई लोग कहते हैं कि धामी साहब बड़े चंगे इंसान ने, धामी साहब के उपर हमला होया वो गलत होया। पर गल ये आ भी हुण ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ। बार-बार बादल सरकार ਨੂੰ टारगेट कर रहे हो, बादलों ਨੂੰ टारगेट कर रहे हो, क्योंकि गदारियां ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ, ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ? ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਚਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ, ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹੈ ਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ
ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ, ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ, ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ, ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾ ਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਸਾਡੇ ਕਹਿ ਲਓ ਵੀ ਮਰ ਗਏ ਆ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾ ਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ
ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੈੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਹੈਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਦੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ, ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ, ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾ ਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ੍ਹ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗਏ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗਏ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ, ਵੀ ਲਗਾਤਾਰ ਸਾਨੂੰ ਕਿਹੜੇ ਹਿਸਾਬ ਨਾਲ
ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਗਿਆਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ, ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ। ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ। ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ। ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ, ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ।
ਨਹੀਂ ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਚਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਹੈਗੀਆਂ। ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਆ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ, ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪ ਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ।
ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਹੈਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਸਾਡੇ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ, ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਹੈਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ ਜੰਤਰ ਮੰਤਰ ਦੇ ਧਾਨੇ? ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆ ਹੈਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ।
ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਹਾਂ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ। ਇਸ ਮੋਰਚੇ ਦੇ ਵਿੱਚੋਂ ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ। ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂਦਾ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ, ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ, ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਹੈਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ, ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਬੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ,
ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਚਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ। ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ। ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ, ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ
ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ, ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਹੋਏ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ, ਬਗਰਾੜੀ ਦੇ ਵਿੱਚ ਇਹ ਦਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੈੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ, ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਤੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ।
ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਇਹ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ। ਇਸ ਮੋਰਚੇ ਦੇ ਵਿੱਚੋਂ ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ੍ਹ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗਾ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ। ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ
ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਬੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਬਲ ਸਾਥ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਗੀਆਂ, ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਈ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ?
ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ, ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ 2, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ, ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾ ਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਸਾਡੇ ਕਹਿ ਲਓ ਵੀ ਮਰ ਗਏ ਆ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾ ਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ, ਬਗਰਾੜੀ ਦੇ ਵਿੱਚ ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ। ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ
ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ, ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ, ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਦੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ, ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ, ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ, ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ, ਜਿਹੜੀ ਕਿ ਜ਼ਰੂਰੀ ਚੀਜ਼ ਆ, ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ, ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ, ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ? ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗਏ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗਏ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਦਾ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ,
ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ। ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ। ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ। ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਅੱਗੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ, ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ। ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹੈ ਨਾ।
ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਆ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਆ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ, ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ, ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਜ ਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ, ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ, ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਹੋਏ ਸੀਗੇ ਇਹਨਾਂ ਨੇ,
ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ। ਆਪਦੀ ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਗੇ ਜੰਤਰ ਮੰਤਰ ਦੇ ਧਾਨੇ? ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹਗੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆ ਹੈਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਹਾਂ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ।
ਇਹ ਇਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ, ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਗਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ, ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਵੀ ਸਵਾਲ ਹੈਗਾ ਗਾ, ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਤੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ
ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗਾ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ।
ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ, ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ, ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਬਲ ਸਾਥ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਗੀਆਂ, ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭਾਂਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਈ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਆ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ,
ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ, ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਹੋਏ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ ਸਾਸੰਗ ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ ਦਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ। ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ
ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ, ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਗੇ? ਜੰਤਰ ਮੰਤਰ ਤੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ, ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ, ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਇਹ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ। ਇਸ ਮੋਰਚੇ ਦੇ ਵਿੱਚੋਂ ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ, ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ, ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾ ਗਾ? ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ੍ਹ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਦਾ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗਾ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ, ਸਿੱਖ ਕੌਮ ਨਾਲ
ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ। ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ। ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ। ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ। ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ। ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਗਏ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ। ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ।
ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ, ਕੌਮ ਦੇ ਵਿੱਚ ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ, ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ, ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪ ਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਹੋਏ ਸੀਗੇ ਇਹਨਾਂ ਨੇ,
ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਸਾਡੇ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ। ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੈੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਹੈਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ ਜੰਤਰ ਮੰਤਰ ਦੇ ਧਾਨੇ? ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਇਹ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹਗੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆ ਹੈਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ।
ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ, ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ, ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਹੈਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ, ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਗਏ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ, ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ, ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ
ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਣੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਬਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ, ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ
ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ, ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਹੋਏ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ, ਬਗਰਾੜੀ ਦੇ ਵਿੱਚ ਇਹ ਦਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੈੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ, ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ, ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਤੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ, ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ।
ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ, ਇਹ ਸਰਕਾਰਾਂ ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆ ਹੈਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾ ਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ੍ਹ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ
ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਅੱਗੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਗੀਆਂ, ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹੈ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਆ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ,
ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ, ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ, ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ, ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਜ ਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ, ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ, ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ, ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਹੈਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ, ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ, ਸਾਡੇ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ, ਬਗਰਾੜੀ ਦੇ ਵਿੱਚ ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ, ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ।
ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਵੀ ਸਵਾਲ ਹੈਗਾ ਗਾ, ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ, ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਦੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ, ਜਿਹੜੀ ਕਿ ਜ਼ਰੂਰੀ ਚੀਜ਼ ਆ, ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ, ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ, ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾ ਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗਏ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗਏ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗਾ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਗਿਆਨੀ ਜੈਲ ਸਿੰਘ ਸੀਗਾ,
ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ। ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ। ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ। ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ। ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਇਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਬਲ ਸਾਥ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਗਈਆਂ, ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹੈ ਨਾ।
ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ, ਕੌਮ ਦੇ ਵਿੱਚ ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਣਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਆ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਗਏ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਹੋਏ ਸੀਗੇ ਇਹਨਾਂ ਨੇ,
ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ ਸਾਸੰਗ ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ। ਆਪਦੀ ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ ਦਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ, ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਹੈਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਗੇ ਜੰਤਰ ਮੰਤਰ ਤੇ ਧਾਨੇ? ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਇਹ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ। ਇਸ ਮੋਰਚੇ ਦੇ ਵਿੱਚੋਂ ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ।
ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾ ਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਦਾ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗਾ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ, ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਗਏ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ, ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ, ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ
ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਣੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਗੀਆਂ। ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ, ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ, ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ, ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ, ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ, ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪ ਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ, ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ, ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ
ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ 2, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ, ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਸਾਡੇ ਕਹਿ ਲਓ ਵੀ ਮਰ ਗਏ ਆ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ, ਬਗਰਾੜੀ ਦੇ ਵਿੱਚ ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੈੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ, ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਹੈਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਦੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ
ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਇਹ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹਗੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ। ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ। ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ। ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗਾ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ। ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ। ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ,
ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗ ਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਵਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ, ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ, ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ
ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ, ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ, ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ, ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ, ਬਗਰਾੜੀ ਦੇ ਵਿੱਚ ਇਹ ਦਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ, ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ, ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ ਜੇ ਅਸੀਂ ਗੁਲਾਮ ਨਹੀਂ ਗਏ
ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਗੇ? ਜੰਤਰ ਮੰਤਰ ਤੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਇਹ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ, ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾ ਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ੍ਹ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਦਾ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ
ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ। ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ। ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਗਏ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਬਲ ਸਾਥ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ। ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ
ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ ਜਾਂ ਹੋਰ ਹੋਣ। ਵੇਖੋ ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ, ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਹੋ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪ ਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖ਼ਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ ਸਾਸੰਗ ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾ ਗਾ। ਸਾਡੀ ਤਾਂ
ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾ ਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕਰਵਾਨੀ ਗੈਂਗ ਬਣਾਇਆ ਸੀ, ਕਰਵਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ। ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੈੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ ਜੰਤਰ ਮੰਤਰ ਦੇ ਧਾਨੇ? ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ, ਜਿਹੜੀ ਕਿ ਜ਼ਰੂਰੀ ਚੀਜ਼ ਆ, ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ, ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ, ਕਿਉਂਕਿ ਕਈ
ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫੇਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ। ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਗਿਆਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ, ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ। ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ। ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ। ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ। ਬਾਰ-ਬਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਬਾਰ-ਬਾਰ? ਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ, ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ। ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ।
ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਬਲ ਸਾਧ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਗੀਆਂ। ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹੈ ਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ। ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਾ ਜੀ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਨਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਹੈ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ? ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪ ਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ
ਵੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ, ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਹਾਂ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ ਦਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ, ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੱਟ ਲਈਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਮੇਰਾ ਵੀ ਸਵਾਲ ਹੈਗਾ ਗਾ, ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ, ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ, ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ, ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਤੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ, ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ, ਇਹ ਸਰਕਾਰਾਂ ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹਗੀ ਜਾਂ ਫਿਰ ਬਾਗੀ ਆ।
ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭੁਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾਗਾ ਕਿਉਂਕਿ ਸਿੱਖ ਜਾਂਦਾ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਹੈਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗਾ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ? ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ, ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ। ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ, ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜੇ ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ।
ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਕੇ ਨੇ ਆ ਕੇ? ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਆ ਭੁੱਖ ਨੰਗ ਨਾਲ ਘੁਲਦੇ ਜਿਹੜੇ, ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿੱਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ, ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਬਹਿਮਲ ਕਲਾਂ ਖੜੇ ਆ ਤਾਂ ਬਹਿਮਲ ਕਲਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਇੱਕ ਬੜਾ ਜਿਹੜਾ ਕਿ ਮੁੱਦਾ ਹੈਗਾ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਆ। ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ, ਕਈ ਸਰਕਾਰਾਂ ਗਈਆਂ, ਇੱਥੋਂ ਤੱਕ ਕਿ ਕੋਟਕਪੂਰਾ ਦੇ ਜਿਹੜੇ ਵਿਧਾਇਕ ਨੇ ਕੁਲਤਾਰ ਸਿੰਘ ਸੰਧਵਾਂ, ਉਹ ਵੀ ਇਸੇ ਮੁੱਦੇ ਦੇ ਉੱਪਰ ਇੱਕ ਸਿਆਸਤ ਕਰ ਗਏ ਨੇ। ਕੁਲਤਾਰ ਸਿੰਘ ਸੰਧਵਾਂ ਦੀ ਇੱਕ ਵੱਡੀ ਸਿਆਸਤ ਰਹੀ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਪਰ ਸਾਡੇ ਨਾਲ ਇਸ ਵਕਤ ਗੁਰਪ੍ਰੀਤ ਸਿੰਘ ਦਿਉਣ ਵਾਲੇ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਟਾਈਮ ਸੜਕਾਂ 'ਤੇ ਬੈਠਣਾ ਪਵੇਗਾ? ਸਵਾਲ ਹੀ ਇੱਥੋਂ ਸ਼ੁਰੂ ਕਰ ਲੈਂਦੇ। ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਆਖਰ ਕਿਸ ਨੂੰ ਚਾਹੁੰਦੇ ਹੋ? ਕੀ ਆਜ਼ਾਦੀ, ਕਿਸ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਕਹਿੰਦੀਆਂ ਨੇ ਅਸੀਂ ਸ਼ਰੇਆਮ ਖੁੱਲ੍ਹ ਦਿੰਦੇ ਹਾਂ ਬੋਲਣ ਦੀ, ਬੋਲਦੇ ਨੇ, ਖਾਂਦੇ ਨੇ, ਪੀਂਦੇ ਨੇ। ਆਜ਼ਾਦੀ ਕਿਸ ਨੂੰ ਕਹਿੰਦੇ ਹੋ? ਆਜ਼ਾਦੀ ਉਹ ਆ ਜਿਹਦੇ 'ਚ ਸਾਡੀ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਾ ਜਾਣੀ ਕਿ ਹੁਕਮ ਹੀ ਹੋਊਗਾ। ਦਿੱਲੀ ਦੀ ਆਵਾਜ਼ ਆਈ ਦਾ ਸਾਡੇ, ਜਾਂ ਦਿੱਲੀ ਦੇ ਅੰਦਰ ਬਣੇ ਕਾਨੂੰਨਾਂ ਨੂੰ ਸਾਡੇ ਤੇ ਲਾਗੂ ਨਹੀਂ ਕੀਤਾ ਜਾਊਗਾ। ਜਿਹੜੇ ਅਕਾਲ ਤਖ਼ਤ ਸਾਹਿਬ ਤੇ ਸਿੱਖ ਨੁਮਾਇੰਦੇ ਸਾਡੇ ਲਈ ਚੋਣ ਕਰਨਗੇ, ਉਹ ਸਾਡੇ ਤੇ ਕਾਨੂੰਨ ਥੋਪੇ ਜਾਣਗੇ, ਉਦੋਂ ਆਜ਼ਾਦੀ ਆਊਗੀ। ਉਹ ਆਜ਼ਾਦੀ ਨਹੀਂ। ਕੀ ਲੱਗਦਾ ਵੀ ਅਕਾਲ ਤਖ਼ਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ। ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਆ? ਨਹੀਂ, ਕਾਨੂੰਨ ਬਣਾਏ ਨਹੀਂ ਨਾ ਜਾ ਰਹੇਗੇ ਉੱਥੋਂ। ਜੇ ਮੰਨ ਕੇ ਚਲੋ ਪਹਿਲਾਂ ਰੋਟੀ ਬੇਟੀ ਦੀ ਇਸ ਜਬਲ ਸਾਥ ਤੋਂ ਤੋੜੀ ਜਾਂਦੀ ਹੈ ਤੇ ਉਹਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਗੀਆਂ, ਇਹ ਸਿੱਖ ਕੌਮ ਨੇ ਉਦੋਂ ਵੀ ਬਰਦਾਸ਼ਤ ਨਹੀਂ ਕੀਤਾ ਸੀਗਾ, ਹੈ ਨਾ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ। ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਤੇ ਉਹ ਕਾਹਦੇ ਕਰਕੇ? ਉਹ ਇਹਨਾਂ ਵਿਸ਼ਿਆਂ ਕਰਕੇ ਹੀ ਆ। ਹਾਲਾਂਕਿ ਮੈਂ ਇਹ ਮੰਨਦਾਗਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ ਕੌਮ ਦੇ ਵਿੱਚ, ਭਾਈ ਮਾਰੂ ਜੰਗ ਨਹੀਂ ਹੋਣੀ ਚਾਹੀਦੀ। ਪਰ ਜੇ ਸਾਨੂੰ ਇੱਕ ਬੰਦਾ ਅਕੀਦਾ ਜੇ ਗੁਰਮਤ ਦੇ ਫਲਸਫਿਆਂ ਤੋਂ ਉਲਟੀ ਕੰਮ ਕਰੂਗਾ ਤੇ ਫਿਰ ਉਹਦੇ ਨਾਲ ਲੜਿਆ ਹੀ ਜਾਊਗਾ, ਫਿਰ ਹੋਰ ਤਾਂ ਕੁਝ ਹੋ ਨਹੀਂ ਸਕਦਾ ਗਈ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ ਖੜੇ ਨੇ। ਕਈ ਲੋਕ ਕਹਿੰਦੇ ਨੇ ਕਿ ਧਾਮੀ ਸਾਹਿਬ ਬੜੇ ਚੰਗੇ ਇਨਸਾਨ ਨੇ, ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਉਹ ਗਲਤ ਹੋਇਆ। ਵੇਖੋ, ਇਨਸਾਨ ਚੰਗੇ ਹੋਣਾ, ਮੈਂ ਵੀ ਆਣਾਗਾ ਵੀ ਇਨਸਾਨ ਚੰਗੇ ਹੋਣਗੇ, ਵਧੀਆ ਹੋਣਗੇ। ਅਕਸਰ ਉਹਨਾਂ ਦਾ ਕਿਰਦਾਰ ਪੰਜਾਬ ਦੇ ਵਿੱਚ ਕੁਝ ਪੰਥ ਪ੍ਰਸਤੀ ਦਾ ਰਿਹਾ ਕਰਕੇ ਹੀ ਉਹਨਾਂ ਨੂੰ SGPC ਦੀ ਪ੍ਰਧਾਨਗੀ ਮਿਲੀ ਆ। ਜੇ ਉਹ ਚੰਗੇ ਇਨਸਾਨ ਸੀਗੇ ਤੇ ਜੇ ਨਾ ਹੁੰਦੇ ਤਾਂ ਨਾ ਮਿਲਦੀ ਉਹਨਾਂ ਨੂੰ। ਪਰ ਗੱਲ ਇਹ ਆ ਵੀ ਹੁਣ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਆ, ਜਿਹੜੇ ਕੰਮ ਕਰਨ ਵਾਲੇ ਆ ਜਾਂ 328 ਸਰੂਪਾਂ ਦਾ ਉਹ ਰੌਲਾ ਗਾ, ਜਾਂ ਹੋਰ ਕੋਈ ਚੁਣੌਤੀਆਂ ਜਿਹੜੀਆਂ ਪੰਥ ਦੇ ਦਰਪੇਸ਼ ਹੈਗੀਆਂ, ਜਿਵੇਂ ਬਗਰਾੜੀ ਵਾਲਾ ਹੈਗਾ, ਜਾਂ ਮੰਨ ਕੇ ਚਲੋ ਇੱਥੋਂ ਦੀ ਪੰਥਕ ਸਰਕਾਰ ਨੇ ਜਿਹੜਾ ਫਗਰੇ ਕੌਮ ਉਹਨੂੰ ਦਿੱਤਾ ਵਿਆ। ਇੱਕ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਫਗਰੇ ਕੌਮ ਇਹਨਾਂ ਨੇ ਆਪਦੀ ਆਪ ਲਏ ਆ ਨਾ ਸਾਰੇ, ਇੱਕ ਇਹ ਅਵਾਰਡ ਆਉਣ ਵਾਲੇ ਸਮੇਂ 'ਚ ਅਕਾਲ ਤਖ਼ਤ ਸਾਹਿਬ ਤੋਂ ਇਹ ਪਹਿਲੇ ਅਵਾਰਡ ਹੋਣਗੇ ਜਿਹੜੇ ਇੱਕ ਦਿਨ ਵਾਪਸ ਹੋਣੇ ਹੀ ਹੋਣੇ ਆ। ਤੁਸੀਂ ਵਾਰ-ਵਾਰ ਬਾਦਲ ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਾਦਲਾਂ ਨੂੰ ਟਾਰਗੇਟ ਕਰ ਰਹੇ ਹੋ, ਕਿਉਂਕਿ ਗਦਾਰੀਆਂ ਤਾਂ ਹੋਰਾਂ ਨੇ ਵੀ ਬਥੇਰਿਆਂ ਨੇ ਕਰੀਆਂ ਹੋਣੀਆਂ ਨੇ। ਬਾਦਲ ਸਾਹਿਬ ਦੀ ਹੀ ਕਿਉਂ ਗੱਲ ਆਉਂਦੀ ਆ ਵਾਰ-ਵਾਰ? ਨਹੀਂ, ਇਕੱਲੇ ਬਾਦਲ ਦੀ ਨਹੀਂ, ਭਾਵੇਂ ਕਾਂਗਰਸ ਹੋਵੇ, ਭਾਵੇਂ ਸਾਡੇ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚੋਂ ਨਿਕਲੇ ਲੀਡਰ ਹੋਣ, ਜਿਹੜੇ ਜਿਨ੍ਹਾਂ ਨੇ ਸਾਨੂੰ ਬਗਰਾੜੀ ਦੇ ਵਿੱਚ ਰੋਲ ਕੇ ਰੱਖਤਾ, ਜਾਂ ਹੋਰ ਹੋਣ। ਵੇਖੋ, ਸਿੱਖ ਕੌਮ ਨੇ ਕਦੇ ਇਹਨਾਂ ਨੂੰ ਮਾਫ ਨਾ ਕੀਤਾ ਨਾ ਕਰਨਾ। ਇਕੱਲੇ ਬਾਦਲਾਂ ਦੀ ਗੱਲ ਨਹੀਂ, ਬਾਦਲਾਂ ਦੀ ਗੱਲ ਸਭ ਤੋਂ ਵੱਡੇ ਤੌਰ ਤੇ ਤਾਂ ਆਉਂਦੀ ਆ ਵੀ ਇਹਨਾਂ ਨੇ ਪੰਥਕ ਮਖੌਟਾ ਪਹਿਨ ਕੇ ਸਾਡੇ ਨਾਲ ਧਰੋਹ ਕੀਤਾ। ਜਿੰਨਾ ਸਭ ਤੋਂ ਵੱਧ ਕੌਮ ਨੂੰ ਇਹਨਾਂ ਨੇ ਜਲੀਲ ਤੇ ਮਾਰਿਆ, ਜਾਂ ਜਿਹੜੀਆਂ ਇਹਨਾਂ ਦੀਆਂ ਧਾਰਮਿਕ ਭਾਵਨਾਵਾਂ ਰੱਖ ਲਓ, ਜਾਂ ਵੀ ਸਾਡੀਆਂ ਲਿਖਤਾਂ ਰੱਖ ਲਓ, ਹਰੇਕ ਚੀਜ਼ ਦੇ ਵਿੱਚ ਜੇ ਸਾਨੂੰ ਵੱਢਿਆ ਟੁੱਕਿਆ ਤੇ ਮਾਰਿਆ, ਉਹ ਸਭ ਤੋਂ ਵੱਧ ਬਾਦਲਾਂ ਨੇ ਮਾਰਿਆ। ਤੁਸੀਂ ਗੱਲ ਕਰੀ ਸੀ ਕਿ ਇੱਕ ਸਾਧ ਦੀ, ਜਿਹੜਾ ਕਿ ਸਲਾਦਪੁਰੇ ਦੇ ਵਿੱਚ ਵੱਡਾ ਇਕੱਠ ਕਰ ਗਿਆ। ਅੱਜ ਤੁਸੀਂ ਵੀ ਸੱਦਾ ਦਿੱਤਾ, ਇੱਥੇ ਕਿੰਨੇ ਕੁ ਲੋਕ ਖੜੇ ਨੇ?
ਕਿਉਂਕਿ ਉਹਨੇ ਇੱਕ ਸੱਦਾ ਦਿੱਤਾ, ਉਹ ਵੀ ਵੀਡੀਓ ਕਾਨਫਰੰਸ ਸੀ, ਕੋਈ ਕਾਲ ਸੀਗੀ, ਉਸ ਦੇ ਉੱਪਰ ਸੱਦਾ ਦਿੱਤਾ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚ ਕੇ ਨੇ, ਪਰ ਅੱਜ ਤੁਸੀਂ ਵੀ ਤਾਂ ਸੱਦਾ ਦਿੱਤਾ ਸੀ, ਤੁਹਾਡੇ ਨਾਲ ਕਿੰਨੇ ਕੁ ਖੜ ਗਏ ਨੇ ਆ ਕੇ? ਵੇਖੋ ਵੀਰ ਜੀ, ਇੱਥੇ ਤਾਂ ਜ਼ਮੀਰਾਂ ਵਾਲਿਆਂ ਨੇ ਆਉਣਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੇ ਆਉਣਾ। ਉਹਨਾਂ ਦੇ ਪਿੱਛੇ ਸਰਕਾਰਾਂ ਦੀ ਵੀ ਪਾਵਰ ਹੈਗੀ ਆ, ਆਪਦਾ ਵੀ ਉਹਦੇ ਕੋਲੇ ਬਥੇਰਾ ਪੈਸਾ ਟਕਾ ਖੜਾ ਗਾ, ਜਿਹਦੇ ਕਰਕੇ ਉਹਨੇ ਬੱਸਾਂ ਵੀ ਭੇਜ ਦੇਣੀਆਂ, ਗੱਡੀਆਂ ਵੀ ਭੇਜ ਦੇਣੀਆਂ। ਤੇ ਮੂਰਖ ਲੋਕ ਭੁੱਖ ਨੰਗ ਨਾਲ ਘੁਲਦੇ, ਜਿਹੜੇ ਮੰਨ ਕੇ ਚਲੋ ਵੀ ਜਿਹੜੇ ਕੰਬਲ ਲੈਣ ਦੀ ਬਾਬਤ ਉਹਨਾਂ ਨੇ ਇਹ ਤਾਂ ਭੁੱਲ ਗਿਆ ਵੀ ਜਿਹੜੇ ਬੰਦੇ ਨੇ 400 ਤੋਂ ਵੱਧ ਬੰਦਾ ਨਪੁੰਸਕ ਕਰਤਾ ਹੋਵੇ, ਧੀਆਂ ਭੈਣਾਂ ਨਾਲ ਅਸ਼ਲੀਲ ਗੱਲਾਂ ਕਰਦਾ ਹੋਵੇ, ਜਿਹੜੀ ਆਪਦੀ ਧੀ ਹਨੀਪ੍ਰੀਤ ਬਣਾਈ ਆ ਉਹਦੇ ਘਰ ਵਾਲੇ ਨੇ ਇੱਥੋਂ ਤਾਈਂ ਖੁਲਾਸੇ ਕਰਤੇ। ਹੁਣ ਵੀ ਮੈਂ ਇਹਨਾਂ ਨੂੰ ਸ਼ਰੇਆਮ ਵੀ ਇਹਨਾਂ ਨੂੰ ਵੀ ਜਿਹੜਾ ਧੀ ਪੁੱਤ ਵਾਲਾ ਰਿਸ਼ਤਾ ਹੀ ਹੈ ਨਹੀਂ ਗਾ ਇਹਨਾਂ ਦਾ ਆਪਸ ਵਿੱਚ, ਤੇ ਮੈਂ ਅੱਖੀਂ ਵੇਖ ਚੁੱਕਿਆ। ਤੇ ਜੇ ਨਹੀਂ ਕੌਮ ਜੇ ਲੋਕ ਜਿਹੜੇ ਨਹੀਂ ਉਹਦੇ ਤੇ ਯਕੀਨ ਕਰਨਗੇ ਤੇ ਮੰਨ ਕੇ ਚਲੋ ਮੂਰਖਾਂ ਦਾ ਟੋਲੇ ਨੂੰ ਕੋਈ ਨਹੀਂ ਸਮਝਾ ਸਕਦਾ ਹੁੰਦਾ ਗਾ। ਤੇ ਇੱਥੇ ਤਾਂ ਜਾਗਦੀ ਜ਼ਮੀਰ ਵਾਲੇ ਜਿਹੜੇ ਵਿਦਿਆ ਪੜ੍ਹਨ ਵਾਲੇ ਆ, ਜਿਹੜੇ ਗਿਆਨ 'ਚ ਆ, ਉਹ ਆਏ ਆ ਇੱਥੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਬੜੀਆਂ ਚੀਜ਼ਾਂ ਤੋਂ ਵਰਜਿਆ ਜਾਂਦਾ, ਮੜੀਆਂ ਮਸਾਣੀਆਂ ਨੂੰ ਨਹੀਂ ਪੂਜਣਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਵਰਜਿਆ ਜਾਂਦਾ ਅੰਮ੍ਰਿਤ ਛਕਾਉਣ ਵੇਲੇ। ਪਰ ਉੱਥੇ ਤਾਂ ਅੰਮ੍ਰਿਤਧਾਰੀ ਵੀ ਤੁਰੇ ਫਿਰਦੇ ਸੀ। ਇੱਕ ਅਸੀਂ ਵੀਡੀਓ ਦੇਖ ਰਹੇ ਸੀ, ਵਾਇਰਲ ਹੋ ਰਹੀ ਆ, ਅੰਮ੍ਰਿਤਧਾਰੀ ਭੰਗੜਾ ਪਾ ਰਿਹਾ ਉੱਥੇ ਸਲਾਦਪੁਰੇ ਡੇਰੇ 'ਚ। ਵੇਖੋ ਜੀ, ਜਿਹੜਾ ਵੀ ਹੁਣ ਕਕਾਰ ਪਾ ਕੇ ਜਾਣਾ ਜਾਂ ਨਾ ਜਾਣਾ, ਸਭ ਤੋਂ ਪਹਿਲੀ ਗੱਲ ਤਾਂ ਯਾਰ ਜਿਹੜੇ ਵੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਾਨੂੰ ਹੋ ਹੀ ਗਈ ਆ ਵੀ ਰੋਟੀ ਬੇਟੀ ਦੀ ਸਾਂਝ ਹੀ ਇਸ ਬੰਦੇ ਨਾਲ ਨਹੀਂ ਰੱਖਣੀ, ਜਾਂ ਇਹਨੂੰ ਮੰਨਣ ਵਾਲੇ ਅਨਿਆਈ ਵੀ ਆ, ਉਹ ਭਾਵੇਂ ਪੰਜਾਬ 'ਚ ਹੀ ਰਹਿੰਦਾ ਗਾ, ਅਸੀਂ ਤਾਂ ਉਹਦੇ ਨਾਲ ਵੀ ਸਾਂਝ ਨਹੀਂ ਰੱਖਣੀ ਸੀਗੀ। ਤੇ ਜੇ ਕੋਈ ਮੂਰਖਤਾ ਦੇ ਵੱਸ ਹੋ ਕੇ ਉੱਥੇ ਜਾਂਦਾ ਗਾ, ਕਕਾਰ ਉਹਦੇ ਪਾਏ ਆ, ਪਰ ਉਹ ਸਿੱਖ ਨਹੀਂ ਗਾ, ਇੱਕ ਦਿਖਾਵੇ ਦਾ। ਜੇ ਹੁਣ ਪੱਗਾਂ ਬੰਨ੍ਹੀਆਂ ਵਾਲੇ ਤਾਂ ਉਹਦੇ ਡੇਰੇ ਦੇ ਪੈਰੋਕਾਰ ਆ, ਵੱਡੇ ਵੱਡੇ ਅਹੁਦਿਆਂ ਤੇ ਆ। ਤੇ ਜੇ ਹੁਣ ਉਹਨਾਂ ਨੂੰ ਸਿੱਖ ਕਹੀਏ, ਦਾੜੇ ਵੀ ਹੈਗੇ ਆ, ਸਭ ਕੁਝ ਹੈਗਾ ਉਹਨਾਂ ਦੇ, ਪੰਜਾਬ ਦੇ ਰਹਿਣ ਵਾਲੇ ਆ। ਜਿਹੜਾ ਆ ਪਿੰਡ ਆ ਮੱਲ ਕੇ ਪਿੰਡ, ਇੱਥੇ ਉਸ ਪਿੰਡ 'ਚ ਬੇਅਦਬੀ ਹੁੰਦੀ ਆ ਤੇ ਇੱਕ ਸ਼ਰੀਕੇ ਦੇ ਘਰ ਆ ਦੋ, ਇੱਕ ਬੰਦਾ ਗਵਾਹੀ ਦਿੰਦਾ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ, ਤੇ ਸ਼ਰੀਕੇ ਦਾ ਹੀ ਘਰ ਦੂਜਾ ਉਸੇ ਪਿੰਡ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਖਿਲਾਰ ਦਿੰਦਾ। ਉਹਨਾਂ ਨੂੰ ਅੱਜ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਵੱਡੀਆਂ ਨੋਵਾ ਸਭ ਕੁਝ ਦਿੱਤੀ ਆ, ਕਿਉਂਕਿ ਇਹਨਾਂ ਦਾ ਸਭ ਕੁਝ ਚੱਲਦਾ ਗਾ। ਉਦੋਂ ਵੀ ਜੇ ਇੱਥੇ ਜਿਹੜੇ ਆਹ ਆਪਣਾ ਸੀਗਾ ਬਿੱਟੂ ਸੀਗਾ ਜਾਂ ਹੋਰ ਸੀਗੇ ਬੰਦੇ, ਇਹਨਾਂ ਨੂੰ ਪੈਸੇ ਉਦੋਂ ਦਿੱਤੇ ਵੇ ਸੀਗੇ ਇਹਨਾਂ ਨੇ, ਤੇ ਸਾਰੇ ਇਹਨਾਂ ਨੂੰ 5-5 ਕਰੋੜ ਰੁਪਈਆ ਸਾਰਿਆਂ ਦੇ ਕੁਰਬਾਨੀ ਗੈਂਗ ਬਣਾਈ ਸੀਗੀ ਇਹਨਾਂ ਦੀ। ਤੇ ਤੈਅਸ਼ੁਦਾ ਜਾਣੀ ਕਿ ਵੀ ਪੁਖਤਾ ਰੂਪ ਦੇ ਵਿੱਚ ਸਾਰਿਆਂ ਦੀ ਤਿਆਰੀ ਕਰਕੇ ਫੇਰ ਬੇਅਦਬੀ ਦਾ ਦੌਰ ਚੱਲਿਆ, ਕੋਈ ਐਵੇਂ ਨਹੀਂ ਚੱਲਿਆ। ਤੇ ਅੱਜ ਦੀ ਸਰਕਾਰਾਂ ਸਾਡੇ ਤੇ ਜ਼ੁਲਮ ਕੀ ਕਰਦੀਆਂ ਵੀ ਇੱਕ ਪਾਸੇ ਮੁੱਖ ਦੋਸ਼ੀ ਹੋਵੇ ਬੇਅਦਬੀ ਦਾ ਤੇ ਆ ਕੇ ਪੰਜਾਬ ਦੇ ਵਿੱਚ ਹੀ satsang ਕਰੇ। ਸਾਡੇ ਵਾਸਤੇ ਤਾਂ ਇਦੋਂ ਵੱਡਾ ਮਿਹਣਾ ਹੀ ਨਹੀਂ ਹੋ ਸਕਦਾਗਾ। ਸਾਡੀ ਤਾਂ ਜ਼ਮੀਰ ਲੋਕਾਂ ਦੀ ਜਾਨ ਛੱਡ ਕਹਿ ਲਓ ਵੀ ਮਰ ਗਏ ਅਸੀਂ ਲੋਕ, ਵੀ ਜੇ ਉਹ ਫੇਰ ਵੀ ਆਉਣ ਵਾਲੇ ਸਮੇਂ 'ਚ ਜੇ ਕੋਈ ਪ੍ਰਚਾਰ ਗੱਲ ਕਰਦਾਗਾ ਤਾਂ। ਗੁਰਪ੍ਰੀਤ ਸਿੰਘ ਨੂੰ ਇਹ ਸਭ ਕੁਝ ਪਤਾ ਹੈਗਾ ਵੀ ਕੁਰਬਾਨੀ ਗੈਂਗ ਬਣਾਇਆ ਸੀ, ਕੁਰਬਾਨੀ ਗੈਂਗ ਦੇ ਥਰੂ ਬੇਅਦਬੀਆਂ ਦਾ ਦੌਰ ਚੱਲਿਆ, ਬੇਅਦਬੀਆਂ ਜਗ੍ਹਾ ਤੇ ਹੋਈਆਂ, ਪਰ ਫਿਰ ਸਰਕਾਰਾਂ ਦੀ ਨਿਗਾਹ 'ਚ ਕਿਉਂ ਨਹੀਂ ਇਹ ਗੱਲਾਂ? ਇੰਟੈਲੀਜੈਂਸੀਆਂ ਹੁੰਦੀਆਂ ਸਰਕਾਰਾਂ ਕੋਲ, ਤਾਂ ਗੁਰਪ੍ਰੀਤ ਕੋਲ ਤਾਂ ਕੋਈ ਇੰਟੈਲੀਜੈਂਸੀ ਵੀ ਨਹੀਂ ਹੋਣੀ। ਨਹੀਂ, ਸਰਕਾਰਾਂ ਨੇ ਤੁਹਾਨੂੰ ਪਾੜਨਾ, ਸਰਕਾਰਾਂ ਨੇ ਤੁਹਾਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਰੱਖਣਾ ਆਪਦੀ। ਮੰਨ ਕੇ ਚਲੋ ਵੀ ਤੁਸੀਂ ਹੁਣ ਕੌਮੀ ਇਨਸਾਫ ਮੋਰਚਾ ਇੱਕ ਉੱਥੇ ਬਹਿ ਗਿਆ, ਇੱਕ ਇੱਥੇ ਬੈਠੇ ਆ ਬਗਰਾੜੀ ਦੇ ਵਿੱਚ, ਇਹ ਦੇਈ ਜਾਂਦੇ ਆਪਦੀਆਂ ਗ੍ਰਿਫਤਾਰੀਆਂ ਮਾਨਦਾਲ ਵਾਲੇ, ਮੰਨ ਕੇ ਚਲੋ। ਤੇ ਜਾਂ ਬਗਰਾੜੀ ਦੇ ਵਿੱਚੋਂ ਉੱਠ ਕੇ ਸਾਨੂੰ ਆਉਣਾ ਪੈ ਗਿਆ। ਇਹਦੇ ਵਿੱਚ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਕਮਜ਼ੋਰ ਰਹੀ ਆ, ਜਿਹਦੇ ਵਿੱਚ ਜ਼ਿਆਦਾ ਨੁਕਸ ਸਾਡੀ ਲੀਡਰਸ਼ਿਪ ਤੇ ਸਿੱਖ ਲੀਡਰਸ਼ਿਪ ਤੇ ਆ ਕੇ ਖੜ ਜਾਂਦਾ ਹੈਗਾ। ਕਿਉਂਕਿ ਜੇ ਉਹਨਾਂ ਨੇ ਉਹ ਦ੍ਰਿੜਤਾ ਵਿਖਾਈ ਹੁੰਦੀ ਤੇ ਸਰਕਾਰਾਂ ਸਾਡੇ ਉਸ ਸਮੇਂ ਦੇ ਵਿੱਚ ਵੀ ਗੋਡਿਆਂ ਪਰ ਨੇ ਸੈੱਟ ਲੀਆਂ ਸੀ। ਪਤਾ ਸਰਕਾਰਾਂ ਨੂੰ ਵੀ ਆ, ਏਜੰਸੀਆਂ ਨੂੰ ਵੀ ਆ, ਪਰ ਸਿੱਖ ਕੌਮ ਦੇ ਜ਼ਖਮਾਂ ਤੇ ਮਲਮ ਉਹ ਲਾਉਣੀ ਨਹੀਂ ਚਾਹੁੰਦੇ। ਜਿਹੜਾ ਮੋਹਾਲੀ ਵਾਲਾ ਮੋਰਚਾ, ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮੋਹਾਲੀ ਵਾਲੇ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰੀ ਗਈ ਆ, ਬਹਿਮਲ ਕਲਾਂ ਗੋਲੀ ਕਾਂਡ ਦੀ ਵੀ ਗੱਲ ਹੋ ਰਹੀ ਆ, 328 ਸਰੂਪਾਂ ਦੀ ਗੱਲ ਵੀ ਹੋ ਰਹੀ ਆ। 328 ਸਰੂਪਾਂ ਦੀ ਗੱਲ ਕਰਨ ਵਾਲੇ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਵਿਰੋਧ ਹੋ ਰਿਹਾ ਕਿਤੇ ਨਾ ਕਿਤੇ ਜਾ ਕੇ। ਵੇਖੋ ਜੀ, ਮੈਨੂੰ ਤਾਂ ਚੰਦ ਕੁ ਬੰਦਿਆਂ ਤੇ ਜਾਣੀ ਕਿ ਵੀ ਸਵਾਲ ਹੈਗਾ ਗਾ। ਜਿਵੇਂ ਉਹਨਾਂ ਦੀ ਹੁਣ ਪੇਸ਼ਕਾਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਥੇ ਖਾਲਿਸਤਾਨ ਦੀ ਗੱਲ ਨਾ ਕੀਤੀ ਜਾਵੇ ਇੱਥੇ, ਤੇ ਅਸੀਂ ਕੌਮ ਨੂੰ ਦੱਸਾਂਗੇ ਕਿਵੇਂ ਵੀ ਜਿਹੜਾ ਜ਼ੁਲਮ ਕਰਕੇ ਅਸੀਂ ਅੱਜ ਇਸ ਰਾਹਾਂ ਤੇ ਆ ਕੇ ਸੜਕਾਂ ਤੇ ਆ ਕੇ ਸਾਨੂੰ ਬਹਿਣਾ ਪੈ ਗਿਆ, ਉਹ ਕਿਹਦੇ ਕਰਕੇ ਸਾਨੂੰ ਬਹਿਣਾ ਪਿਆ? ਉਹ ਜ਼ੁਲਮ ਜੇ ਅਸੀਂ ਗੁਲਾਮ ਨਹੀਂ ਗਏ, ਤੁਹਾਡੇ ਮੁਤਾਬਕ ਹੀ ਅਸੀਂ ਗੁਲਾਮ ਨਹੀਂ ਗਏ, ਤੇ ਫਿਰ ਸਾਨੂੰ ਇਨਸਾਫ ਲੈਣ ਵਾਸਤੇ ਸੜਕਾਂ ਤੇ ਫਿਰ ਕਿਉਂ ਬਹਿਣਾ ਪੈਂਦਾ? ਕਿਉਂ ਜਿਹੜੇ ਰੂਲ, ਜਿਹੜੇ ਰੈਗੂਲੇਸ਼ਨ ਪੰਜਾਬ ਵਾਸਤੇ ਬਣੇ, ਬਾਹਰਲੀਆਂ ਸਰਕਾਰਾਂ ਨੇ ਬਣਾਏ, ਸਾਰਿਆਂ ਨੇ ਬੈਠਿਆਂ ਨੇ ਬਣਾਤੇ,
ਤੇ ਪੰਜਾਬ ਦੇ ਕਿਸਾਨਾਂ ਤੇ ਠੱਪੇ ਲਾਤੇ ਉਹਦੇ, ਤੇ ਕਿਸਾਨਾਂ ਨੂੰ ਜਾ ਕੇ 1 ਸਾਲ ਬਹਿਣਾ ਪਿਆ ਤੇ ਫੇਰ ਆਪਦੀ ਜਿੱਤ ਦਰਜ ਕਰਨੀ ਪਈ। ਇਦੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕਿੱਥੇ ਹੋਊਗੀ? ਤਾਮਿਲਨਾਡੂ ਦਾ ਕਿਸਾਨ ਆ ਕੇ ਲੈਟਰੀਨ ਵੀ ਖਾ ਲੈਂਦਾ, ਵੈਸਟਾ ਵੀ ਖਾ ਲੈਂਦਾ, ਮੂਤਰ ਵੀ ਆਪਦਾ ਪੀ ਕੇ ਪੈਂਦਾ ਗਾ। ਕਿਸੇ ਨੂੰ ਦਿਖਾਇਆ, ਕਿਸੇ ਨੇ ਸੋਚਿਆ ਵੀ ਉਹਨਾਂ ਦੀ ਸੁਣ ਲਈਏ? ਜੰਤਰ ਮੰਤਰ ਤੇ ਧਾਨੇ। ਇਹ ਸਿੱਖ ਕੌਮ ਦੇ ਵਿੱਚ ਬਲ ਸੀਗਾ, ਦ੍ਰਿੜਤਾ ਸੀ ਏਕਤਾ ਦਾ, ਤੇ ਜਿਹਦੇ ਕਰਕੇ ਇਹ ਕੌਮ ਜਿੱਤ ਗਈ ਆ। ਕਾਮਰੇਡੀ ਨਹੀਂ ਜਿੱਤੀ, ਕਾਮਰੇਡੀ ਆਪਦਾ ਅਕਸ ਬਚਾਉਣ ਦੇ ਮਾਰੇ ਉਹ ਜਿਹੜੀ ਭਰਪਾਈ ਉਹਨਾਂ ਦੀ ਰਹਿੰਦੀ ਹੈ ਨਾ, ਇੱਕ ਜਿਵੇਂ ਹੁਣ ਉਹ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਵੀ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਮੋਰਚਾ ਲਾਉਣਾ ਸੀਗਾ, ਹੁਣ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੇਖਦੇ ਹੋਏ ਮੋਰਚੇ ਨੂੰ, ਤੇ ਅਸੀਂ ਮੋਰਚਾ ਕੈਂਸਲ ਮੁਲਤਵੀ ਕਰਦੇ ਆ। ਇਹ ਕਾਮਰੇਡ ਹੁਣ ਕਿਤੇ ਨਾ ਕਿਤੇ ਆਪਦਾ ਅਕਸ ਬਚਾਉਣ ਦੇ ਫਿਰਦੇ ਆ। ਪਰ ਬੰਦੀ ਸਿੰਘਾਂ ਤੇ ਬੇਅਦਬੀ ਦੇ ਜਿਹੜੇ ਉਹ ਹੋਏ ਵੇ ਆ ਸੈਂਸਿਟਿਵ ਮੁੱਦੇ ਆ ਜਿਹੜੇ ਸਿੱਖ ਕੌਮ ਦੇ, ਉਹਨਾਂ ਤੇ ਆਪਦਾ ਇਹ ਕਿਤੇ ਨਾ ਕਿਤੇ ਸਿਆਸਤ ਇਕੱਠੀ ਕਰਨ ਨੂੰ, ਜਾਂ ਇੱਕ ਜਿਵੇਂ ਮੰਨ ਕੇ ਚਲੋ ਵੀ ਕੋਈ ਆਪਦਾ ਫੇਸ ਬਣਾਉਣ ਨੂੰ, ਫੇਸ ਵੈਲਿਊ ਵਾਸਤੇ ਹੋ ਸਕਦਾ, ਜਾਂ ਸਿਆਸਤ ਹੈ ਇਹਦੇ 'ਚ। ਤੇ ਪਰ ਇੱਥੇ ਮੈਨੂੰ ਨਹੀਂ ਲੱਗਦਾ ਸਿੱਖ ਕੌਮ ਦੀ, ਤੇ ਜਾਂ ਉਹ ਬੰਦੀ ਸਿੰਘਾਂ ਦੀ ਪੀੜਾ ਨੂੰ ਸਮਝ ਕੇ ਕਿਤੇ ਕੰਮ ਕੀਤਾ ਜਾ ਰਿਹਾ। ਕੀ ਲੱਗਦਾ ਵੀ ਸਿੱਖ ਕੌਮ ਗੁਲਾਮ ਆ? ਤੁਸੀਂ ਕਹਿ ਰਹੇ ਹੋ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਤੁਸੀਂ ਮੰਨਦੇ ਹੋ ਵੀ ਤੁਸੀਂ ਗੁਲਾਮ ਹੋ? ਨਹੀਂ, ਬਿਲਕੁਲ ਮੰਨਦਾ ਜੀ। ਮੈਂ ਕਿੱਥੇ ਜਾ ਕੇ ਮੰਨਦਾਗਾ? ਉਹਦੀਆਂ ਹੱਦਬੰਦੀਆਂ ਤੈਅ ਕਰਦੀਆਂ ਨੇ ਇਹ ਸਰਕਾਰਾਂ, ਤੈਅ ਕਰਦੀਆਂ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਕਿ ਕੌਮ ਜਾਂ ਤਾਂ ਬਾਦਸ਼ਾਹੀ ਜਾਂ ਫਿਰ ਬਾਗੀ ਆ। ਸਿੱਖਾਂ ਬਾਰੇ ਇਹ ਵੀ ਇੱਕ ਕਹਾਵਤ ਪ੍ਰਚਲਿਤ ਆ, ਫਿਰ ਗੁਲਾਮ ਕਿੱਥੇ ਆ? ਗੁਲਾਮ ਇੱਥੇ ਆ ਜਿਹੜੀ ਨਸਲਕੁਸ਼ੀ ਸਾਡੀ ਹੋਈ, ਸਭ ਤੋਂ ਵੱਧ ਪੰਜਾਬੀਆਂ ਦੀ ਨਸਲਕੁਸ਼ੀ ਹੁੰਦੀ ਆ, ਸਿੱਖਾਂ ਦੀ ਨਸਲਕੁਸ਼ੀ ਹੁੰਦੀ ਆ ਇਸ ਸੰਸਾਰ ਦੇ ਵਿੱਚ। ਉਦੋਂ ਉਹ ਕਾਨੂੰਨ ਕਿੱਥੇ ਸੀਗਾ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਾਡੀ ਹਿਫਾਜ਼ਤ ਕਰਨੀ ਸੀਗੀ? ਕੁਲਦੀਪ, ਇੱਕ ਵਾਰ ਇਹ ਦਿਖਾ ਦਿੱਤੀ ਜਾਵੇ, ਐਂਬੂਲੈਂਸ ਜਾਂਦੀ ਹੈਗੀ, ਇਹ ਮੋਰਚਾ ਜਿਹੜੀਆਂ ਕਿ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਲੰਘਾਉਣ ਦੇ ਲਈ ਤਾਂ ਲੱਗਿਆ ਹੋਇਆਗਾ, ਪਰ ਜਿਹੜੀਆਂ ਜਿਵੇਂ ਕਿ ਐਂਬੂਲੈਂਸ ਲੰਘਦੀ ਆ ਇੱਥੋਂ ਦੀ, ਜਾਂ ਕਿਸੇ ਨੂੰ ਐਮਰਜੈਂਸੀ ਹੁੰਦੀ ਆ, ਤਾਂ ਉਹਨਾਂ ਨੂੰ ਲੰਘਾਇਆ ਜਾਂਦਾ ਇਸ ਮੋਰਚੇ ਦੇ ਵਿੱਚੋਂ। ਇਹ ਅਸੀਂ ਤੁਹਾਡੇ ਤੱਕ ਇੱਕ ਸੁਨੇਹਾ ਗਾ ਜਿਹੜਾ ਉਹ ਪਹੁੰਚਦਾ ਕਰ ਰਹੇ ਆ, ਕਿਉਂਕਿ ਐਂਬੂਲੈਂਸ ਜਾਂਦੀ ਨਜ਼ਰ ਆ ਰਹੀ ਆ ਇਸ ਮੋਰਚੇ ਦੇ ਵਿੱਚੋਂ। ਇਸ ਭਜੰਗੀ ਨੇ, ਇਸ ਸਿੰਘ ਨੇ ਜਿਹੜਾ ਕਿ ਬੈਰੀਗੇਡ ਪਾਸੇ ਕਰਿਆ, ਬੈਰੀਗੇਡ ਪਾਸੇ ਕਰਕੇ ਇੱਥੋਂ ਜਿਹੜੀ ਕਿ ਐਮਰਜੈਂਸੀ ਜਿਹੜੀ ਕਿ ਜ਼ਰੂਰੀ ਚੀਜ਼ ਆ ਉਸ ਨੂੰ ਲੰਘਾਇਆ ਗਿਆ। ਇਹ ਇੱਦਾਂ ਜਿਹੜਾ ਇਹ ਐਂਬੂਲੈਂਸ ਵਗੈਰਾ ਜਾਂ ਕੋਈ ਹੋਰ ਕਿਸੇ ਨੂੰ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨਾਂ ਨੂੰ ਲੰਘਾਇਆ ਜਾਂਦਾ ਫਿਰ? ਹਾਂਜੀ, ਜੇ ਨਾ ਵੇਖੋ ਜਿਹੜਾ ਕੋਈ ਮੰਨ ਕੇ ਚਲੋ ਲੋਕਲ ਇੱਥੋਂ ਦੀਆਂ ਗੱਡੀਆਂ ਜਿਹੜੀਆਂ ਆ ਪਿੰਡਾਂ ਦੀਆਂ ਨਿਕਲਣੀਆਂ, ਜਾਂ ਮੰਨ ਕੇ ਚਲੋ ਵੀ ਜਿਵੇਂ ਐਂਬੂਲੈਂਸ ਹੋ ਗਈ, ਕੋਈ ਪੇਸ਼ੈਂਟ ਆ, ਉਹਨਾਂ ਨੂੰ ਤਾਂ ਰਸਤਾ ਦਿੱਤਾ ਜਾਣਾ ਹੀ ਜਾਣਾਗਾ, ਹੈ ਨਾ, ਵੀ ਉਹਨਾਂ ਲਈ ਕੋਈ ਰਸਤੇ ਦੀ ਕੋਈ ਰੁਕਾਵਟ ਨਹੀਂ ਕਿ ਉਹ ਲੰਘ ਸਕਦੇ ਆ। ਜਿਹੜੇ ਆਮ ਵਹੀਕਲ ਆ, ਟਰੱਕ ਵਗੈਰਾ, ਜਿਹੜਾ ਉਹ ਕਿਸੇ ਵੀ ਸਾਧਨ ਨੂੰ ਨਹੀਂ ਲੰਘਿਆ ਦਿੱਤਾ ਜਾਊਗਾ, ਤੇ ਉਹ ਬੰਦ ਹੀ ਆ। ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਆਪਾਂ ਫਿਰ ਉੱਥੋਂ ਹੀ ਆਈਏ ਕਿਉਂਕਿ ਐਂਬੂਲੈਂਸ ਵਿੱਚ ਆ ਗਈ ਸੀ, ਆਪਾਂ ਨੂੰ ਦਿਖਾਉਣੀ ਜ਼ਰੂਰੀ ਸੀ, ਕਿਉਂਕਿ ਕਈ ਚੈਨਲਾਂ ਦੇ ਉੱਪਰ ਇਹ ਵੀ ਚੱਲੂਗਾ ਨਾ ਕਿ ਇੱਥੇ ਖਾਲਿਸਤਾਨੀ ਫਿਰ ਬੈਠ ਗਏ ਨੇ, ਫਿਰ ਉਹਨਾਂ ਨੇ ਰੋਡ ਜਾਮ ਕਰਤਾ, ਕਈ ਲੋਕਾਂ ਨੂੰ ਦਿੱਕਤਾਂ ਆ ਰਹੀਆਂ, ਅਜਿਹਾ ਕੁਝ ਵੀ ਚੱਲੂਗਾ। ਇਸੇ ਕਰਕੇ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਸੀ, ਕੀ ਲੱਗਦਾ ਗਾ? ਕਿਉਂਕਿ ਸਿੱਖ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਗਾ, ਇਹ ਕਹਾਵਤ ਪ੍ਰਚਲਿਤ ਆ। ਕੱਲ ਨਾ ਉੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਭਾਸ਼ਣ ਦਿੱਤਾ ਗਿਆ ਸੀਗਾ ਵੀ ਅਸੀਂ ਗੁਲਾਮ ਨਹੀਂ ਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਗੁਲਾਮ ਨਹੀਂ ਗੇ, ਹੈ ਨਾ, ਵੀ ਇਹ ਫਿਰਕਾ ਪ੍ਰਸਤ ਸਰਕਾਰਾਂ ਕਿਵੇਂ ਸਾਡੇ ਨਾਲ ਵੀ ਢੋਂਗ ਕਰ ਰਹੀਆਂ, ਅਸੀਂ ਉਹਨਾਂ ਦੇ ਖਿਲਾਫ ਲੜਨਾ। ਜੇ ਕਾਨੂੰਨ ਸਾਨੂੰ ਪਾਬੰਦ ਸੀਗਾ ਬਚਾਉਣ ਦੇ ਵਿੱਚ, ਸਾਡੇ ਗਲਾਂ 'ਚ ਪਏ ਟਾਇਰਾਂ 'ਚ ਬਚਾਉਂਦਾ ਇਹ 4 ਦਿਨ ਵੀ ਲਗਾਤਾਰ, ਸਾਨੂੰ ਕਿਹੜੇ ਹਿਸਾਬ ਨਾਲ ਉਵੇਂ ਤਾਂ ਰੂਹ ਨੂੰ ਅੱਗ ਲਾ ਕੇ ਵੀ ਨਹੀਂ ਇੰਨਾ ਤਾਂ ਸਾੜ ਦੇਗੇ ਜਿਵੇਂ ਸਾਡੇ ਧੀਆਂ ਪੁੱਤਾਂ ਨੂੰ 80 ਸਾਲ ਦੀਆਂ ਮਾਵਾਂ ਨਾਲ ਬਲਾਤਕਾਰ ਕੀਤੇ ਗਏ। ਫਿਰ ਉਹਨਾਂ ਨੇ ਕੋਈ ਵੀ ਸਿੱਖ ਕੌਮ ਦਾ, ਭਾਵੇਂ ਉਹ ਜਾਨੀ ਜੈਲ ਸਿੰਘ ਸੀਗਾ, ਭਾਵੇਂ ਕੋਈ ਹੋਰ ਬੰਦਾ ਸੀਗਾ ਸਿੱਖ ਕੌਮ ਨਾਲ, ਜਿਹਦੇ ਭਾਵੇਂ ਮੋਨੇ ਦੇ ਕੜਾ ਵੀ ਪਾਇਆ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਉਦੋਂ ਕਾਨੂੰਨ ਇਹ ਕਿੱਥੇ ਸੀਗਾ? ਇੱਥੇ ਜਦੋਂ ਅਣਪਛਾਤੀ ਸਾਡੇ ਪੁਲਿਸ ਗੋਲੀਆਂ ਮਾਰ ਦਿੰਦੀ ਆ, ਤੇ ਉਸ ਇਨਸਾਫ ਦੇ ਲਈ ਅਸੀਂ ਅੱਜ ਤੱਕ ਭਟਕਦੇ ਫਿਰਦੇ ਹਾਂ ਪਿਛਲੇ 7-8 ਸਾਲਾਂ ਦੇ, ਤੇ ਫਿਰ ਉਹ ਸਮਾਂ ਕਿੱਧਰ ਗਿਆ? ਫਿਰ ਉਹ ਸਾਨੂੰ ਅਹਿਸਾਸ ਦਿਵਾਉਂਦੇ ਆ ਵੀ ਅਸੀਂ ਵਾਕਈ ਗੁਲਾਮ ਆ। ਤੇ ਸਿੱਖ ਕੌਮ ਜਿਸ ਦਿਨ ਤੱਕ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਨਹੀਂ ਸ਼ੁਰੂ ਕਰਦੀ, ਪਿਛਲੇ ਅਰਸੇ ਦੇ ਵਿੱਚ ਸਭ ਤੋਂ ਵੱਧ ਕੌਮ ਜੇ ਕਿਸੇ ਨੇ ਖੂਨ ਡੋਲਿਆ ਤੇ ਉਹ ਸਿੱਖ ਕੌਮ ਆ, ਤੇ ਸਿੱਖ ਕੌਮ ਨੇ ਉਸ ਦਿਨ ਤਾਈਂ ਆਪਦਾ ਖੂਨ ਡੋਲਣਾ ਬੰਦ ਨਹੀਂ ਕਰਨਾ ਜਿਸ ਦਿਨ ਤਾਈਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਆਪਦਾ ਰਾਜ ਕਲੀਅਰ ਨਹੀਂ ਕਰ ਦਿੰਦੇਗੇ, ਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਇਸ ਦੁਨੀਆ ਦੇ ਸਾਹਮਣੇ ਤੇ ਨਹੀਂ ਰੱਖ ਦਿੰਦੇ ਜੀ। ਬਿਲਕੁਲ। ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਕਿ ਮੁਲਾਕਾਤ ਆ ਇਹ ਕਰਵਾਈ ਆ ਇਸ ਸਿੰਘ ਦੀ, ਤਾਂ ਇਸ ਸਿੰਘ ਦਾ ਕਹਿਣਾ ਗਾ ਕਿ ਅਸੀਂ ਉਹਨਾਂ ਟਾਈਮ ਖੂਨ ਡੋਲਣਾ ਬੰਦ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਆਪਣਾ ਕੌਮੀ ਘਰ ਨਹੀਂ ਲੈ ਲੈਂਦੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਪੂਰਾ ਦਿਨ ਬਹਿਮਲ ਕਲਾਂ ਤੋਂ।
ਲੱਗਦਾ ਵੀ ਅਕਾਲ ਤਖਤ ਸਾਹਿਬ ਤੇ ਹੁਣ ਵੀ ਤਾਂ ਸਿੱਖ ਹੀ ਬੈਠੇ ਨੇ, ਹੁਣ ਵੀ ਤਾਂ ਉਹੀ ਉੱਥੋਂ ਕਾਨੂੰਨ ਘੜਦੇ ਨੇ, ਉਹੀ ਹੁਕਮਨਾਮੇ ਜਾਰੀ ਕਰਦੇ ਨੇ, ਲੱਗਦਾ ਵੀ ਕੌਮ ਆ ਜਿਹੜੀ ਉਹਨਾਂ ਨੂੰ ਫੋਲੋ ਕਰ ਰਹੀ ਹੈ। ਇਹ ਹੁਣ ਤਾਂ ਇੱਕ ਬਾਦਲਾਂ ਦੀ ਜਮਾਤ ਬਣ ਕੇ ਰਹਿ ਗਏ। ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ, ਭਾਵੇਂ ਉਹ SGPC ਹੋਣ, ਤਾਂ ਹੀ ਤਾਂ ਜਦੋਂ ਮੋਰਚਿਆਂ ਦੇ ਵਿੱਚ SGPC ਧਾਮੀ ਸਾਹਿਬ ਆਉਂਦੇ ਆ ਤੇ ਲੋਕ ਉਹਨਾਂ ਦੇ ਡਾਂਗਾ ਮਾਰਦੇ ਆ, ਗੱਡੀ ਤੱਕ ਉਹਨਾਂ ਦੀ ਕੌਮ ਨੇ ਭੰਨਤੀ ਆ। ਕਈ ਲੋਕ ਧਾਮੀ ਸਾਹਿਬ ਦੇ ਹੱਕ 'ਚ ਵੀ